ਤੁਸੀਂ ਸੁਣਨ ਜਾ ਰਹੇ ਹੋ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। ਇਨਕਲਾਬ ਅਜਾਇਬ ਘਰ। ਮਾਸਕੋ ਵਿੱਚ ਦਰਸ਼ਕ ਨੂੰ ਟੈਲੀਫੋਨ ਤਾਂ ਹਰ ਥਾਂ ਨਜ਼ਰ ਆਉਂਦੇ ਹਨ, ਪਰ ਡਾਇਰੈਕਟਰੀ ਕਿਤੇ ਨਹੀਂ ਦਿਸਦੀ। ਇੱਕ ਦੋ ਵਾਰੀ ਰੂਸੀ ਮਿੱਤਰਾਂ ਤੋਂ ਇਸ ਦਾ ਕਾਰਨ ਪੁੱਛਿਆ। ਜਵਾਬ ਮਿਲਿਆ ਕਿ ਸ਼ਹਿਰ ਵਿੱਚ ਇਤਨੀ ਕਸੀਰ ਤਾਦਾਦ ਟੈਲੀਫੋਨ ਲੱਗੇ ਹੋਏ ਹਨ ਕਿ ਜੇ ਡਾਇਰੈਕਟਰੀ ਛਾਪੀ ਜਾਏ ਤਾਂ ਉਸ ਦਾ ਹੁਜਮ ਉਸ ਦੀ ਵਰਤੋਂ ਨੂੰ ਕਠਿਨ ਬਣਾ ਦੇਵੇਗਾ। ਇਸ ਕਾਰਨ ਕੇਵਲ ਇੱਕ ਛੋਟੀ ਡਾਇਰੈਕਟਰੀ ਛਾਪੀ ਜਾਂਦੀ ਹੈ, ਜਿਸ ਵਿੱਚ ਰੇਲਵੇ, ਹਵਾਈ ਅੱਡੇ, ਪੁਲਿਸ, ਹਸਪਤਾਲ, ਸਰਕਾਰੀ ਦਫ਼ਤਰ ਅਤੇ ਹੋਰ ਸਰਵਜਨਕ ਥਾਵਾਂ ਦੇ ਨੰਬਰ ਦਿੱਤੇ ਹੁੰਦੇ ਹਨ। ਪ੍ਰਾਈਵੇਟ ਨੰਬਰ ਲੋਕੀ ਆਪ ਇੱਕ ਦੂਜੇ ਪਾਸੋਂ ਨੋਟ ਕਰ ਲੈਂਦੇ ਹਨ ਜਾਂ ਐਕਸਚੇਂਜ ਤੋਂ ਦਰਿਆਫਤ ਕਰ ਸਕਦੇ ਹਨ। ਇਸ ਵਿੱਚ ਕੁਝ ਸੱਚਾਈ ਜ਼ਰੂਰ ਭਾਸਦੀ ਹੈ। ਮਾਸਕੋ ਦੇ ਵਰਗ ਰਹਿਤ ਸਮਾਜ ਵਿੱਚ ਟੈਲੀਫੋਨ ਕੋਈ ਗੈਰ ਮਾਮੂਲੀ ਅਤੇ ਸਰਬ ਸਾਧਾਰਨ ਦੀ ਤੌਫੀਕ ਤੋਂ ਬਾਹਰਲੀ ਚੀਜ਼ ਨਹੀਂ, ਸਗੋਂ ਬਿਜਲੀ ਜਾਂ ਪਾਣੀ ਦਾ ਕਨੈਕਸ਼ਨ ਲਗਵਾਉਣ ਵਾਂਗਰ ਹੈ। ਉਸ ਹਾਲਤ ਵਿੱਚ ਡਾਇਰੈਕਟਰੀ ਛਾਪਣਾ ਉੜਕਾਂ ਦੀ ਸਿਰ ਖਪਾਈ ਦਾ ਕੰਮ ਹੈ। ਮੈਨੂੰ ਯਾਦ ਹੈ ਜਦੋਂ ਪਿਛਲੀ ਜੰਗ ਦੇ ਜ਼ਮਾਨੇ ਲੰਡਨ ਰਹਿੰਦਾ ਸਾਂ, ਟੈਲੀਫੋਨ ਡਾਇਰੈਕਟਰੀ ਦੀਆਂ 4 ਮੋਟੀਆਂ ਜਿਲਦਾਂ ਹੁੰਦੀਆਂ ਸਨ। ਹੁਣ ਤੀਕਰ ਅਸ਼ਚਰਜ ਦੀ ਗੱਲ ਨਹੀਂ ਜੇ 2-3 ਹੋਰ ਵੱਧ ਗਈਆਂ ਹੋਣ। ਡਾਇਰੈਕਟਰੀ ਨੂੰ ਇਸਤੇਮਾਲ ਕਰਨਾ ਬੜੀ ਜ਼ਹਿਮਤ ਦਾ ਕੰਮ ਹੋ ਜਾਂਦਾ ਸੀ ਅਤੇ ਘੱਟ ਵੱਧ ਹੀ ਕਦੇ ਇਸਤੇਮਾਲ ਕਰਨ ਦੀ ਲੋੜ ਵੀ ਪੈਂਦੀ ਸੀ। ਟੈਲੀਫੋਨ ਦੀ ਧਾਂਦਲੀ ਜ਼ਿਆਦਾ ਕਰਕੇ ਵਪਾਰ ਕਰਨ ਵਾਲੇ ਲੋਕਾਂ ਨੂੰ ਹੁੰਦੀ ਹੈ ਅਤੇ ਡਾਇਰੈਕਟਰੀ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਵੀ ਉਹੀ ਲੋਕ ਕਰਦੇ ਹਨ। ਪਰ ਜਿਸ ਦੇਸ਼ ਵਿੱਚ ਸਨਅਤ ਅਤੇ ਉਪਜ ਦੇ ਸਾਰੇ ਸਾਧਨਾਂ ਦਾ ਰਾਸ਼ਟਰੀਕਰਨ ਹੋ ਚੁੱਕਿਆ ਹੋਵੇ ਅਤੇ ਸੱਟਾ ਬਾਜ਼ਾਰ ਦੇ ਪਲ ਚੜ੍ਹਦੇ ਲੈਂਦੇ ਨਿਰਖਾਂ ਦੀ ਅਫੜਾ ਤਫੜੀ ਨਾ ਮਚੀ ਰਹਿੰਦੀ ਹੋਵੇ, ਉੱਥੇ ਟੈਲੀਫੋਨ ਦੀ ਅਹਿਮੀਅਤ ਵੀ ਸਹਿਜ ਸੁਭਾਵਕ ਹੀ ਰਹਿ ਜਾਂਦੀ ਹੈ। ਪਰ ਅਜੀਬ ਗੱਲ ਤਾਂ ਹੈ ਕਿ 4 ਵਾਰ ਦੇ ਕਿਆਮ ਵਿੱਚ ਮੈਨੂੰ ਨਹੀਂ ਯਾਦ ਇਹ ਛੋਟੀ ਡਾਇਰੈਕਟਰੀ ਵੀ ਮੈਂ ਕਦੇ ਕਿਤੇ ਵੇਖੀ ਹੋਵੇ। ਸਾਡੇ ਹੋਟਲ ਦੇ ਹਰ ਕਮਰੇ ਵਿੱਚ ਟੈਲੀਫੋਨ ਲੱਗਾ ਹੋਇਆ ਹੈ, ਪਰ ਡਾਇਰੈਕਟਰੀ ਨਦਾਰਦ। ਇਸ ਵਿੱਚ ਸ਼ੱਕ ਨਹੀਂ ਕਿ ਰੂਸੀ ਜ਼ਬਾਨ ਨਾ ਜਾਣਨ ਵਾਲੇ ਬੰਦੇ ਲਈ ਡਾਇਰੈਕਟਰੀ ਹੋਣਾ ਨਾ ਹੋਣਾ ਇੱਕ ਬਰਾਬਰ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਯੂਕਰਾਈਨਾ ਹੋਟਲ ਵਿੱਚ ਹਮੇਸ਼ਾ ਵਿਦੇਸ਼ੀ ਹੀ ਠਹਿਰਾਏ ਜਾਂਦੇ ਹਨ ਕਿ ਕਦੇ ਵੀ ਇੱਥੇ ਰੂਸੀ ਆ ਕੇ ਨਹੀਂ ਠਹਿਰਦੇ। ਕਿ ਉਹਨਾਂ ਹੋਟਲਾਂ ਦੇ ਕਮਰਿਆਂ ਵਿੱਚ ਜਿੱਥੇ ਰੂਸੀ ਠਹਿਰਦੇ ਹਨ ਡਾਇਰੈਕਟਰੀ ਮੁਹੱਈਆ ਕੀਤੀ ਜਾਂਦੀ ਹੈ? ਬਹਰਹਾਲ ਵਿਦੇਸ਼ੋਂ ਆਏ ਆਦਮੀ ਨੂੰ ਆਪ ਮੁਹਾਰੇ ਸ਼ੱਕ ਪੈਣਾ ਸ਼ੁਰੂ ਹੋ ਜਾਂਦਾ ਹੈ ਕਿ ਵੱਡੀ ਡਾਇਰੈਕਟਰੀ ਨਾ ਛਾਪਣ ਅਤੇ ਛੋਟੀ ਡਾਇਰੈਕਟਰੀ ਆਮ ਹੱਥਾਂ ਵਿੱਚ ਨਾ ਦੇਣਾ ਰਹੱਸਮਈ ਗੱਲ ਹੈ। ਇਸ ਵਿੱਚ ਗੁਪਤ ਰੂਪ ਸੁਰੱਖਿਆ ਵਿਭਾਗ ਦਾ ਹੱਥ ਜ਼ਰੂਰ ਹੈ। ਜੇ ਹੋਵੇ ਤਾਂ ਅਨੁਚਿਤ ਕੁਝ ਨਹੀਂ, ਪਰ ਦਰਸ਼ਕ ਨੂੰ ਜਿੱਥੋਂ ਤੱਕ ਮੇਰੀ ਰਾਏ ਹੈ ਸਪਸ਼ਟ ਦੱਸ ਦੇਣ ਵਿੱਚ ਕੋਈ ਹਰਜ ਨਹੀਂ ਹੁੰਦਾ। ਉਹ ਗਲਤ ਫਹਿਮੀਆਂ ਵਿੱਚ ਮੁਬਤਲਾ ਹੋਣ ਤੋਂ ਬਚ ਜਾਂਦਾ ਹੈ। ਦੁਪਹਿਰ 4 ਵਜੇ ਇਨਕਲਾਬ ਅਜਾਇਬ ਘਰ ਨੂੰ ਵੇਖਣ ਜਾਣ ਦਾ ਪ੍ਰੋਗਰਾਮ ਸੀ। ਜਦੋਂ ਹੇਠਾਂ ਲੌਂਜ ਵਿੱਚ ਇਕੱਠੇ ਹੋਏ ਤਾਂ ਗਿਆਨੀ ਜੀ ਨੇ ਮੈਨੂੰ ਚੇਤੇ ਕਰਾਇਆ ਕਿ ਗਲੋਬੇਫ ਨੇ ਇੰਡੀਅਨ ਦੂਤਾਵਾਸ ਨੂੰ ਅਜੇ ਵੀ ਫੋਨ ਨਹੀਂ ਕੀਤਾ। ਮੈਨੂੰ ਗਲੋਬੇਫ ਉੱਪਰ ਚਿੜ ਜਿਹੀ ਆਈ। उस दे औंदिया ही मैं कहा, भाई आपने अभी तक एम्बेसी फ़ोन क्यों नहीं किया? किया था, पर वहाँ से कोई जवाब नहीं मिला। ये कैसे हो सकता है? मुझे नंबर दे देते, मैं खुद ही कर लेता, ज्ञानी जी ने फरमाया। पहले आप फ़ोन कीजिए, फिर होटल से बाहर निकलेंगे, मैं फ़ैसला सुनाया। इकट्ठे असी होटल दे दफ्तर गए, जिस नूं सर्विस ब्यूरो आखदे हन। ਇੱਕ ਮੇਜ਼ ਦੁਆਲੇ ਸਾਰੇ ਜਣੇ ਬਹਿ ਗਏ ਅਤੇ ਗਲੋਬੇਫ ਜੇਬ ਵਿੱਚੋਂ ਆਪਣੀ ਨਿੱਕੀ ਜਿਹੀ ਨੋਟਬੁੱਕ ਕੱਢ ਕੇ ਨੰਬਰ ਵੇਖਣ ਲੱਗ ਪਿਆ। 1-2 ਵਾਰੀ ਉਹਨੇ ਨੰਬਰ ਘੁਮਾਇਆ। दफ्तर में कोई नहीं है, इस वक्त कोई नहीं टेलीफोन उठाता। आप दफ्तर में फ़ोन करते ही क्यों हैं? ज्ञानी जी बोले। आप उनके घर पर फ़ोन कीजिए ना। वो नंबर मेरे पास नहीं है, ग्लोबेफ ने कहा। डायरेक्टरी में से निकाल लीजिए, डायरेक्टरी में तो होगा। ग्लोबेफ डायरेक्टरी लैन नहीं उठिया। ਉਹ ਫਿਰ ਚੌਖਾ ਚਿਰ ਆਪਣੀ ਪਾਕਟ ਬੁੱਕ ਦੇ ਵਰਕੇ ਇੱਧਰ ਉੱਧਰ ਕਰਦਾ ਅਤੇ ਖੌਰੇ ਕਿਸ ਨੰਬਰ 'ਤੇ ਲੋਕਾਂ ਨਾਲ ਰੂਸੀ ਵਿੱਚ ਗੱਲਬਾਤ ਕਰਦਾ ਰਿਹਾ। ਸਾਡੇ ਲਈ ਇਹ ਬੜੀ ਅਜੀਬ ਜਿਹੀ ਪ੍ਰਸਥਿਤੀ ਸੀ। ਇੱਕ ਟੈਲੀਫੋਨ ਕਰਨ ਵਿੱਚ ਇਤਨੀ ਖੁਆਰੀ। ਕਿਤੇ ਗਲੋਬੇਫ ਜਾਣ ਬੁੱਝ ਕੇ ਤਾਂ ਨਹੀਂ ਟਾਲ ਮਟੋਲ ਕਰ ਰਿਹਾ ਸੀ? ਕਿਉਂ ਭਾਈ ਸਾਹਿਬ,
आपके यहाँ टेलीफोन डायरेक्टरी नहीं होती? ਗਿਆਨੀ ਜੀ ਨੇ ਅਚੰਭਿਤ ਹੋ ਕੇ ਕਿਹਾ। ਗਲੋਬੇਫ ਨੇ ਕੋਈ ਜਵਾਬ ਨਾ ਦਿੱਤਾ ਅਤੇ ਆਪਣੇ ਕੰਮ ਵਿੱਚ ਰੁੱਝਿਆ ਰਿਹਾ। ਖੌਰੇ ਉਹਨੂੰ ਇਤਨੀ ਦੇਰ ਕਿਉਂ ਲੱਗ ਰਹੀ ਸੀ ਅਤੇ ਅਜੇ ਹੋਰ ਕਿਤਨੀ ਕੁ ਲੱਗਣੀ ਸੀ। ਗਿਆਨੀ ਜੀ ਪੰਜਾਬ ਵਿੱਚ ਮਨਿਸਟਰ ਰਹਿ ਚੁੱਕੇ ਹਨ। ਅਜਿਹੇ ਕੰਮ ਚੁਟਕੀਆਂ ਵਿੱਚ ਕਰਵਾਉਣ ਦੇ ਆਦੀ ਹਨ। ਮੈਨੂੰ ਇਸ ਘਟਨਾ ਦਾ ਉਹਨਾਂ ਦੇ ਦਿਲ 'ਤੇ ਸੋਵੀਅਤ ਸੰਘ ਬਾਰੇ ਬੁਰਾ ਅਸਰ ਪੈਂਦਾ ਦਿਸਿਆ ਅਤੇ ਮੈਨੂੰ ਦਿਲ ਵਿੱਚ ਬੜਾ ਅਫਸੋਸ ਹੋਇਆ ਜਦ ਉਹਨਾਂ ਮੈਨੂੰ ਪੰਜਾਬੀ ਵਿੱਚ ਕਿਹਾ, ਗੱਲ ਸੱਚੀ ਜਾਪਦੀ ਹੈ ਬਲਰਾਜ ਜੀ, ਇੱਥੇ ਹੋਰ ਸਭ ਠੀਕ ਹੈ ਪਰ ਆਜ਼ਾਦੀ ਨਹੀਂ। ਖੁਸ਼ਕਿਸਮਤੀ ਨਾਲ ਇਹ ਸ਼ਬਦ ਉਹਨਾਂ ਦੱਬੀ ਆਵਾਜ਼ ਵਿੱਚ ਕਹੇ ਸਨ। ਗਲੋਬੇਫ ਨਹੀਂ ਸੀ ਸੁਣ ਸਕਿਆ, ਪਰ ਉਸਨੇ ਸਾਨੂੰ ਖੁਸਰ ਫੁਸਰ ਕਰਦਿਆਂ ਵੇਖਿਆ ਜ਼ਰੂਰ। ਨਿੱਕੀ ਜਿਹੀ ਗੱਲ ਪਿੱਛੇ ਆਪਸ ਵਿੱਚ ਮਨ ਮੈਲੇ ਹੋਣ ਕਿਤਨੀ ਅਫਸੋਸ ਦੀ ਗੱਲ ਸੀ। ਗਲੋਬੇਫ ਟੈਲੀਫੋਨ ਉੱਪਰ ਰੂਸੀ ਵਿੱਚ ਚੌਖਾ ਚਿਰ ਕਿਸੇ ਨਾਲ ਉੱਚੀ ਬੋਲਦਾ ਰਿਹਾ। ਦਿਸਦਾ ਸੀ ਉਸਦਾ ਆਪਣਾ ਮੂਡ ਕਾਫੀ ਖਰਾਬ ਹੋ ਚੁੱਕਿਆ ਹੈ। ਅੰਤ ਰਿਸੀਵਰ ਟੈਲੀਫੋਨ ਉੱਪਰ ਰੱਖਦਿਆਂ ਅਤੇ ਮੇਜ਼ ਤੋਂ ਆਪਣੀ ਬਾਂਕੀ ਸਾਵੇ ਰੰਗ ਦੀ ਫੈਲਟ हैट ਚੁੱਕਦਿਆਂ ਉਹਨੇ ਕਿਹਾ, ਚਲੋ ਜੀ ਹੋ ਗਿਆ आपका काम। एम्बेसडर साहब ने कल शाम के 5 बजे आप सबको मिलने की ख्वाहिश जाहिर की है। गोपालन ਅਤੇ ਦਾਤਾਰ ਵਿਰਕਤ ਹੋ ਕੇ ਇੱਧਰ ਉੱਧਰ ਹੋ ਗਏ ਸਨ। ਗੋਪਾਲਨ ਵਿਦੇਸ਼ੀ ਮੁਦਰਾ ਤਬਦੀਲ ਕਰਾਉਣ ਦੇ ਬਹਾਨੇ ਕਾਊਂਟਰ ਤੇ ਇੱਕ ਰੂਸੀ ਸੁੰਦਰੀ ਦੀ ਨੇੜਤਾ ਦਾ ਮਾਣ ਪ੍ਰਾਪਤ ਕਰ ਰਿਹਾ ਸੀ। ਦਾਤਾਰ ਬਰਾਂਡੇ ਵਿੱਚ ਨਿਕਸੁਕ ਨਾਲ ਸਜਾਈਆਂ ਅਲਮਾਰੀਆਂ ਨਿਹਾਰ ਰਿਹਾ ਸੀ। ਟੋਲੀ ਮੇਲ ਕੇ ਇਨਕਲਾਬ ਅਜਾਇਬ ਘਰ ਵੇਖਣ ਰਵਾਨਾ ਹੋਏ। ਮਾਸਕੋ ਵਿੱਚ ਅਨੇਕਾਂ ਅਜਾਇਬ ਘਰ ਐਸੇ ਹਨ ਜਿਨ੍ਹਾਂ ਵਿੱਚ ਇਤਿਹਾਸ ਜਾਂ ਵਿਗਿਆਨ ਦੇ ਕਿਸੇ ਚੋਣਵੇਂ ਵਿਸ਼ੇ ਨੂੰ ਐਸੇ ਸਲੀਕੇ ਅਤੇ ਰੋਚਕਤਾ ਨਾਲ ਦਰਸ਼ਕ ਅੱਗੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਕਿ ਉਹ ਵਾਕਫੀਅਤ ਨਾ ਰੱਖਣ ਵਾਲਾ ਆਦਮੀ ਵੀ ਕੁਝ ਇੱਕ ਘੰਟੇ ਅਜਾਇਬ ਘਰ ਵਿੱਚ ਗੁਜ਼ਾਰਨ ਤੋਂ ਬਾਅਦ ਉਸ ਵਿਸ਼ੇ ਦਾ ਚੰਗਾ ਗਿਆਨੀ ਹੋ ਕੇ ਬਾਹਰ ਨਿਕਲਦਾ ਹੈ। ਹਰ ਅਜਾਇਬ ਘਰ ਵਿੱਚ ਉੱਤਮ ਦਰਜੇ ਦੇ ਗਾਈਡ ਰੱਖੇ ਹੁੰਦੇ ਹਨ ਜੋ ਉਸ ਵਿਸ਼ੇ ਦੇ ਮਾਹਰ ਹੀ ਨਹੀਂ ਸਗੋਂ ਅਜਾਇਬ ਘਰ ਦੀ ਤਰਤੀਬ ਤੋਂ ਵੀ ਪੂਰੇ ਜਾਣੂ ਹੁੰਦੇ ਹਨ। ਉਹਨਾਂ ਨੂੰ ਸੋਹਣੀਆਂ ਤਨਖਾਹਾਂ ਮਿਲਦੀਆਂ ਹਨ, ਇਸੇ ਲਈ ਨਾ ਉਹ ਫਾਲਤੂ ਗੱਲਾਂ ਕਰਕੇ ਦਰਸ਼ਕਾਂ ਨੂੰ ਅਕਾਉਂਦੇ ਹਨ ਤੇ ਨਾ ਹੀ ਪੈਸੇ ਝਾੜਨ ਦੀ ਕੋਸ਼ਿਸ਼ ਕਰਦੇ ਹਨ। ਪਰਿਕਰਮਾ ਸ਼ੁਰੂ ਕਰਨ ਤੋਂ ਪਹਿਲਾਂ ਗਾਈਡ 10-10, 20-20 ਦਰਸ਼ਕਾਂ ਦੀ ਟੋਲੀਆਂ ਬਣਾ ਲੈਂਦੇ ਹਨ। ਗਾਈਡ ਆਪ ਟੋਲੀ ਦਾ ਮੁਖੀਆ ਬਣ ਜਾਂਦਾ ਹੈ। ਇੱਕ ਥਾਂ ਤੋਂ ਸ਼ੁਰੂ ਕਰਕੇ ਉਹ ਸਾਰੀ ਪ੍ਰਦਰਸ਼ਨੀ ਵਿਖਾਉਂਦਾ ਹੈ। ਥਾਂ ਰੁਕ ਕੇ ਟੋਲੀ ਨੂੰ ਆਲੇ ਦੁਆਲੇ ਖੜਾ ਕਰਕੇ ਉਹ ਵੇਰਵਾ ਦੱਸਦਾ ਜਾਂਦਾ ਹੈ। ਅਜਾਇਬ ਘਰ ਵਿੱਚ ਸੰਪੂਰਨ ਖਾਮੋਸ਼ੀ ਛਾਈ ਰਹਿੰਦੀ ਹੈ। ਇਸ ਖਾਮੋਸ਼ੀ ਨੂੰ ਕੇਵਲ ਗਾਈਡਾਂ ਦੇ ਭਾਸ਼ਣ ਤੋੜਦੇ ਹਨ, ਉਹ ਵੀ ਜੇ ਕੋਈ ਕੰਨ ਲਾ ਕੇ ਸੁਣੇ। ਕੋਈ ਦਰਸ਼ਕ ਗਾਈਡ ਦੀ ਗੱਲ ਨੂੰ ਵਿੱਚੋਂ ਨਹੀਂ ਟੋਕਦਾ। ਉਸ ਦਾ ਕਥਨ ਪੂਰਾ ਹੋ ਜਾਣ ਪਿੱਛੋਂ ਸਵਾਲ ਜਵਾਬ ਦਾ ਵਕਤ ਆਉਂਦਾ ਹੈ। ਸਾਰਾ ਵੇਲਾ ਟੋਲੀ ਇਕਜੁੱਟ ਰਹਿੰਦੀ ਹੈ। ਕੋਈ ਸਾਥੀਆਂ ਨੂੰ ਛੱਡ ਕੇ ਆਪਣੇ ਰਾਹ ਸਿਰ ਇੱਧਰ ਉੱਧਰ ਨਹੀਂ ਭਟਕਦਾ। ਕੋਈ ਆਪਣੇ ਆਪ ਨੂੰ ਬਾਕੀ ਸਾਥੀਆਂ ਨਾਲੋਂ ਸਿਆਣਾ ਤੇ ਸੂਝਵਾਨ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਕੋਈ ਅਜਾਇਬ ਘਰ ਦੀਆਂ ਚੀਜ਼ਾਂ ਨੂੰ ਹੱਥ ਨਹੀਂ ਲਾਉਂਦਾ। ਕੋਈ ਗਾਈਡ ਨਾਲ ਬਦਸਲੂਕੀ ਨਹੀਂ ਕਰਦਾ। ਸਗੋਂ ਸਭ ਬੜੀ ਹੀ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਨਾਲ ਪੇਸ਼ ਆਉਂਦੇ ਹਨ। ਬੜੇ ਹੀ ਸੁਹਜ ਦਾ ਵਾਤਾਵਰਣ ਬਣਿਆ ਰਹਿੰਦਾ ਹੈ। ਪਰ ਸਾਡੇ ਦੇਸ਼ ਵਿੱਚ ਅਜਾਇਬ ਘਰਾਂ ਬਾਰੇ ਅਜੇ ਪੜ੍ਹੇ ਲਿਖੇ ਲੋਕਾਂ ਦੀਆਂ ਧਾਰਨਾਵਾਂ ਵੀ ਨਹੀਂ ਬਦਲੀਆਂ। ਅਜੇ ਵੀ ਚਿੜੀਆ ਘਰ ਨੂੰ ਜੀਵਿਤ ਅਤੇ ਅਜਾਇਬ ਘਰ ਨੂੰ ਨਿਰਜੀਵ ਪਦਾਰਥਾਂ ਦੀ ਤਮਾਸ਼ਾਗਾਹ ਹੀ ਤਸੱਵਰ ਕੀਤਾ ਜਾਂਦਾ ਹੈ, ਜਿੱਥੇ ਐਤਵਾਰ ਵਾਲੇ ਦਿਨ ਬੱਚਿਆਂ ਨੂੰ ਲਿਜਾਣਾ ਲਾਭਦਾਇਕ ਹੋਵੇ ਅਤੇ ਅਜਾਇਬ ਘਰਾਂ ਦੀ ਸੰਚਾਲਨਾ ਉਸੇ ਹੀ ਪੱਧਰ ਤੇ ਚੱਲੀ ਆ ਰਹੀ ਹੈ। ਚੀਜ਼ਾਂ ਧਰ ਦੇਣੀਆਂ ਅਤੇ ਹੇਠਾਂ ਨਿੱਕੇ ਲੇਬਲ ਲਾ ਦੇਣੇ, ਬਸ ਇਤਨੇ ਨਾਲ ਹੀ ਪ੍ਰਬੰਧਕ ਆਪਣੇ ਫਰਜ਼ਾਂ ਤੋਂ ਸੁਬਕ ਦੋਸ਼ ਹੋ ਜਾਂਦੇ ਹਨ। ਦਰਸ਼ਕਾਂ ਦੀ ਵਾਕਫੀ ਵਿੱਚ ਵਾਧਾ ਕਰਨ ਦਾ ਕੋਈ ਉਚੇਚ ਨਹੀਂ ਕੀਤਾ ਜਾਂਦਾ। ਗਾਈਡ ਅਵਲ ਤਾਂ ਹੁੰਦੇ ਹੀ ਨਹੀਂ, ਜੇ ਹੋਣ ਵੀ ਤਾਂ ਨਾ ਹੋਣ ਦੇ ਬਰਾਬਰ। ਨਾ ਤਾਂ ਉਹਨਾਂ ਨੂੰ ਆਪਣੇ ਕੰਮ ਦਾ ਬਹੁਤਾ ਗਿਆਨ ਹੁੰਦਾ ਹੈ ਅਤੇ ਨਾ ਆਪਣੀ ਹੈਸੀਅਤ ਦਾ ਕੋਈ ਮਾਣ। ਦਰਸ਼ਕਾਂ ਨੂੰ ਸੱਚੇ ਝੂਠੇ ਕਿਸੇ ਸੁਣਾ ਕੇ ਕਿਸੇ ਤਰ੍ਹਾਂ ਰਿਝਾਣਾ, ਬਸ ਇਹੋ ਆਪਣਾ ਕਰਤੱਵ ਸਮਝਦੇ ਹਨ। ਇਸੇ ਕਰਕੇ ਸੁਸ਼ਿਕਸ਼ਤ ਦਰਸ਼ਕਾਂ ਨੂੰ ਉਹਨਾਂ ਉੱਪਰ ਵਿਸ਼ਵਾਸ ਨਹੀਂ ਬੈਠਦਾ ਅਤੇ ਉਹ ਆਪਣੇ ਤਰਦਦ ਨਾਲ ਕੁਝ ਕਲਪਨਾ ਅਤੇ ਅਨੁਮਾਨ ਦੀ ਸਹਾਇਤਾ ਲੈ ਕੇ ਹੀ ਆਪਣਾ ਸ਼ੌਂਕ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਅਭਿਆਸ ਕਾਰਨ ਦੂਸਰੇ ਸਾਥੀਆਂ ਤੋਂ ਅਲੱਗ ਹੋ ਜਾਣ ਅਤੇ ਆਪਣੇ ਆਪ ਨੂੰ ਵਧੇਰੇ ਸੂਝਵਾਨ ਸਮਝਣ ਦੀ ਰੁਚੀ ਨੂੰ ਸ਼ੈ ਮਿਲਦੀ ਹੈ।
ਇਸ ਨੂੰ ਸਾਡੇ ਦੇਸ਼ ਵਿੱਚ ਬੁਰਾ ਨਹੀਂ ਸਮਝਿਆ ਜਾਂਦਾ, ਪਰ ਯੂਰਪ ਦੇ ਦੇਸ਼ਾਂ ਵਿੱਚ ਆਪਣੇ ਵਿਅਕਤੀਤਵ ਦਾ ਵਿਖਾਲਾ ਕਰਨਾ ਬੜਾ ਅਸਭ्य ਗਿਣਿਆ ਜਾਂਦਾ ਹੈ। ਇਸ ਸਿਲਸਿਲੇ ਵਿੱਚ ਇੱਕ ਦਿਲਚਸਪ ਘਟਨਾ ਯਾਦ ਆਉਂਦੀ ਹੈ। ਮਾਸਕੋ ਦੇ ਰਾਜਨੀਤੀ ਅਜਾਇਬ ਘਰਾਂ ਵਿੱਚ ਇੱਕ ਲੈਨਿਨ ਦੇ ਜੀਵਨ ਬਾਰੇ ਵੀ ਹੈ। ਪਰਦੇਸੀ ਫਿਲਮ ਦੀ ਸ਼ੂਟਿੰਗ ਦੇ ਦਿਨਾਂ ਵਿੱਚ ਹਿੰਦੁਸਤਾਨੋਂ ਸਾਹਿਤਕਾਰਾਂ ਦਾ ਵੀ ਇੱਕ ਗਰੋਹ ਮਾਸਕੋ ਆਇਆ ਹੋਇਆ ਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮੇਰੇ ਪਿਆਰੇ ਮਿੱਤਰ ਸਨ। ਸਬੱਬੀ ਮੈਂ ਵੀ ਉਹਨਾਂ ਨਾਲ ਰਲ ਕੇ ਇਹ ਮਿਊਜ਼ੀਅਮ ਵੇਖਣ ਚਲਾ ਗਿਆ। ਇਮਾਰਤ ਅੰਦਰ ਵੜਦਿਆਂ ਸਾਰ ਗਾਈਡ ਨੂੰ ਇੰਟਰਪ੍ਰੀਟਰ ਨੇ ਬੜੇ ਚਾਅ ਨਾਲ ਦੱਸਿਆ ਕਿ ਦਰਸ਼ਕ ਕੋਈ ਸਾਧਾਰਨ ਵਿਅਕਤੀ ਨਹੀਂ, ਇੱਕ ਮਿੱਤਰ ਦੇਸ਼ ਦੇ ਪ੍ਰਮੁੱਖ ਸਾਹਿਤਕਾਰ ਹਨ। ਗਾਈਡ ਨੂੰ ਜਿਵੇਂ ਚੰਨ ਚੜ੍ਹ ਗਿਆ। ਅਜਿਹੇ ਮੌਕੇ ਕਿਹੜੇ ਰੋਜ਼-ਰੋਜ਼ ਆਉਂਦੇ ਸਨ। ਆਪਣੀ ਇਲਮੀਅਤ ਦੀਆਂ ਅਸਤੀਨਾਂ ਚਾੜ ਕੇ ਉਹ ਬੜੇ ਉਤਸ਼ਾਹ ਨਾਲ ਆਪਣੇ ਕੰਮ ਵਿੱਚ ਜੁਟਿਆ। ਪਹਿਲਾਂ ਸਾਨੂੰ ਪ੍ਰਾਰੰਭਕ ਵਿਭਾਗ ਲੈ ਗਿਆ ਅਤੇ ਲੈਨਿਨ ਦੇ ਬਚਪਨ ਦੇ ਅਹਿਵਾਲ ਵਿਸਥਾਰਪੂਰਵਕ ਦੱਸੇ, ਪਰ ਜਦੋਂ ਤਸਵੀਰ ਵੱਲੋਂ ਮੂੰਹ ਫੇਰ ਕੇ ਉਹਨੇ ਸਰੋਤਿਆਂ ਵੱਲ ਵੇਖਿਆ ਤਾਂ ਉਹਨਾਂ ਦੀ ਸੰਖਿਆ 15 ਤੋਂ ਘੱਟ ਕੇ ਮਸਾਂ 5 ਰਹਿ ਗਈ ਸੀ। ਬਹੁ ਸੰਖਿਆ ਆਪਣੀ ਰੁਚੀ ਅਨੁਸਾਰ ਇੱਧਰ-ਉੱਧਰ ਮੂੰਹ ਮਾਰਨ ਲਈ ਖਿੰਡਰ ਗਈ ਸੀ, ਜਿਵੇਂ ਚਰਾਗਾਹ ਵਿੱਚ ਭੇਡਾਂ ਖਿੰਡਰ ਜਾਂਦੀਆਂ ਹਨ। ਲੈਨਿਨ ਉਹਨਾਂ ਲਈ ਕੋਈ ਅਣਜਾਣੀ ਸ਼ਖਸੀਅਤ ਤਾਂ ਨਹੀਂ ਸੀ। ਭਲਾ ਇਹ ਗਾਈਡ ਕੌਣ ਹੋਇਆ ਉਹਨਾਂ ਨੂੰ ਬੱਚਿਆਂ ਵਾਂਗ ਉਂਗਲੀ ਲਾ ਕੇ ਘੁਮਾਉਣ ਵਾਲਾ? ਉਹ ਆਪ ਸਭ ਕੁਝ ਵੇਖਣ ਤੇ ਸਮਝਣ ਦੀ ਅਹਿਲੀਅਤ ਰੱਖਦੇ ਹਨ। ਮਹਿਮਾਨ ਨਵਾਜ਼ੀ ਦਾ ਕਾਇਦਾ ਹੈ ਮਹਿਮਾਨ ਦੀ ਕਿਸੇ ਸੂਰਤ ਆਲੋਚਨਾ ਨਾ ਕਰਨਾ। ਇਸ ਲਈ ਨਾ ਗਾਈਡ ਨੇ ਤੇ ਨਾ ਹੀ ਦੁਰਭਾਸ਼ੀਆ ਕੁਝ ਬੋਲਿਆ ਅਤੇ ਕੁਝ ਚਿਰ ਬਾਅਦ ਰਹੀ ਸਹੀ ਤਨਜ਼ੀਮ ਵੀ ਖੇਰੂ ਹੋ ਗਈ। ਕੋਈ ਸਾਹਿਤਕਾਰ ਬੁੱਤਾਂ ਉੱਪਰ ਉਂਗਲਾ ਰਗੜਦਾ, ਕੋਈ ਅਲਮਾਰੀਆਂ ਨਾਲ ਢਾਸਣਾ ਲਾ ਕੇ ਖਲੋ ਜਾਂਦਾ, ਕੋਈ ਕਿਸੇ ਬਾਰੀ ਦੀ ਚਗਾਠ ਵਿੱਚ ਬਹਿ ਕੇ ਉਬਾਸੀਆਂ ਮਾਰਦਾ। ਇੱਕ ਵਾਰੀ ਜਦੋਂ ਗਾਈਡ ਨੇ ਕਿਹਾ ਮਾਰਤਾਫ ਨਾਲ ਲੈਨਿਨ ਦੀ ਜ਼ਬਰਦਸਤ ਝੜਪ ਹੋਈ ਤਾਂ ਇੱਕ ਸਾਹਿਤਕਾਰ ਜਿਸ ਦਾ ਧਿਆਨ ਨਾਲ ਦੀ ਟੋਲੀ ਦੀ ਸੁੰਦਰ ਗਾਇਡਕਾ ਵਿੱਚ ਖੁੱਭਿਆ ਹੋਇਆ ਸੀ, ਯਕਲਖਤ ਚੌਂਕ ਪਏ ਅਤੇ ਬੋਲੇ, ਮਾਰਕਸ ਨਾਲ ਲੈਨਿਨ ਦੀ ਝੜਪ ਹੋ ਗਈ। ਇਹ ਕਿਵੇਂ ਹੋ ਸਕਦਾ ਹੈ? ਇਹ ਕਿਵੇਂ ਹੋ ਸਕਦਾ ਹੈ? ਮਾਰਕਸ ਨਹੀਂ, ਮਾਰਤਾਫ। ਆਪਣੇ ਹੀ ਸਾਥੀਆਂ ਵਿੱਚੋਂ ਇੱਕ ਨੇ ਉਹਨਾਂ ਨੂੰ ਸਮਝਾਇਆ। ਉਹ ਝੱਟ ਕਮਾਲ ਸਾਹਿਤਕ ਚਤੁਰਾਈ ਨਾਲ ਕਹਿਣ ਲੱਗੇ, ਉਹ ਤਾਂ ਮੈਂ ਸਮਝਦਾ ਹਾਂ, ਪਰ ਮਾਰਤਾਫ ਨੇ ਕਿਹਾ ਕਿ ਅੱਜ ਮੈਨੂੰ ਅਜਿਹੇ ਇਮਾਕਾਨਾਤ ਦਾ ਫਿਰ ਡਰ ਲੱਗਣ ਲੱਗ ਪਿਆ ਸੀ। ਦਿਲ ਕੀਤਾ ਤਰੀਕੇ ਨਾਲ ਮੋਟਰ ਵਿੱਚ ਬੈਠੇ ਹੀ ਸਾਥੀਆਂ ਨੂੰ 2-4 ਗੱਲਾਂ ਵੱਲੋਂ ਸੁਚੇਤ ਕਰ ਦਿਆਂ, ਪਰ ਗਲੋਬੇਫ ਵੀ ਤਾਂ ਉਹਨਾਂ ਨਾਲ ਬੈਠਾ ਸੀ ਅਤੇ ਅੰਗਰੇਜ਼ੀ ਉਰਦੂ ਦੋਵੇਂ ਜਾਣਦਾ ਸੀ। ਕਿਸ਼ਤੀ ਨੂੰ ਭਾਗਾਂ ਦੇ ਹਵਾਲੇ ਕਰਨ ਸਿਵਾ ਚਾਰਾ ਨਹੀਂ ਸੀ। ਉਧਰ ਗਲੋਬੇਫ ਦੇ ਮਨ ਵਿੱਚ ਸ਼ਾਇਦ ਇਹੋ ਜਿਹੇ ਹੀ ਅੰਦੇਸ਼ੇ ਉੱਠ ਰਹੇ ਸਨ। ਸ਼ਾਇਦ ਇਸੇ ਕਾਰਨ ਪਹਿਲੇ ਵਿਭਾਗ ਦਾਖਲ ਹੁੰਦਿਆਂ ਸਾਰ ਗਾਈਡ ਦੀ ਸਹਾਇਤਾ ਲਏ ਬਿਨਾਂ ਗਲੋਬੇਫ ਨੇ ਆਪ ਹੀ ਸਾਨੂੰ ਅਲਮਾਰੀਆਂ ਅੱਗੋਂ ਦੀ ਲੰਘਾਉਣਾ ਸ਼ੁਰੂ ਕਰ ਦਿੱਤਾ। ਪਰ ਅਸੀਂ ਦੋਵੇਂ ਹੀ ਵਾਸਤਵ ਵਿੱਚ ਆਪਣੇ ਡੈਲੀਗੇਸ਼ਨ ਨਾਲ ਅਨਿਆਂ ਕਰ ਰਹੇ ਸਾਂ। ਮੇਰੇ ਤਿੰਨੋਂ ਸਾਥੀ ਇਸ ਮੌਕੇ ਦੇ ਸ਼ਿਸ਼ਟਾਚਾਰ ਤੋਂ ਪੂਰੀ ਤਰ੍ਹਾਂ ਜਾਣੂ ਨਾ ਵੀ ਹੁੰਦਿਆਂ ਰੂਸੀ ਇਨਕਲਾਬ ਦੀਆਂ ਯਾਦਗਾਰਾਂ ਨੂੰ ਪੂਰੀ ਨਿਮਰਤਾ ਅਤੇ ਸ਼ਰਧਾ ਨਾਲ ਵੇਖਣ ਦੇ ਚਾਹਵਾਨ ਸਨ। ਫੇਰੀ ਦੇ ਆਰੰਭ ਵਿੱਚ ਹੀ ਜਦ ਉਹਨਾਂ ਨੇ ਜੇਬਾਂ ਵਿੱਚੋਂ ਆਪਣੀਆਂ ਨੋਟਬੁੱਕਾਂ ਤੇ ਪੈਨ ਕੱਢ ਲਏ ਤਾਂ ਇੱਕ ਨਿਗਰਾਨੀ ਕਰਦੀ ਬੁੱਢੀ ਸੇਵਕਾ ਫੌਰਨ ਆ ਕੇ ਗਲੋਬੇਫ ਨਾਲ ਰੂਸੀ ਵਿੱਚ ਤਕਰਾਰ ਕਰਨ ਲੱਗ ਪਈ ਕਿ ਉਹ ਗਾਈਡ ਦੀ ਸਹਾਇਤਾ ਕਿਉਂ ਨਹੀਂ ਲੈ ਰਿਹਾ। ਖੌਰੇ ਗਲੋਬੇਫ ਨੇ ਅੱਗੋਂ ਕੀ ਜਵਾਬ ਦਿੱਤਾ, ਪਰ ਤੀਵੀ ਨੇ ਇੱਕ ਨਾ ਸੁਣੀ ਅਤੇ ਇੱਕ ਗਾਈਡ ਨੂੰ ਬੁਲਾ ਕੇ ਸਾਨੂੰ ਉਸ ਦੇ ਸੁਪੁਰਦ ਕਰ ਦਿੱਤਾ। ਅੰਤਾ ਦੇ ਸਹਿਜ ਨਾਲ 100 ਸਾਲ ਪਹਿਲਾਂ ਦੇ ਜ਼ਮਾਨੇ ਤੋਂ ਲੈ ਕੇ 1917 ਦੇ ਇਨਕਲਾਬ ਤੀਕਰ ਦੇ ਸਮਾਜਕ ਅਤੇ ਰਾਜਨੀਤਿਕ ਸੰਘਰਸ਼ਾਂ ਦਾ ਵਿਵਰਣ ਇਸ ਅਜਾਇਬ ਘਰ ਵਿੱਚ ਤਸਵੀਰਾਂ, ਮੂਰਤੀਆਂ ਅਤੇ ਹੋਰ ਅਨੇਕਾਂ ਰੋਚਕ ਸਾਧਨਾਂ ਦੀ ਮਦਦ ਨਾਲ ਕੀਤਾ ਗਿਆ ਸੀ। 19ਵੀਂ ਸਦੀ ਵਿੱਚ ਜਨਤਾ ਦਾ ਜੀਵਨ ਕਿਹੋ ਜਿਹਾ ਸੀ ਅਤੇ ਹਾਕਮਾਂ ਦਾ ਕਿਹੋ ਜਿਹਾ, ਗਰੀਬਾਂ ਦਾ ਕਿਹੋ ਜਿਹਾ ਸੀ ਅਤੇ ਅਮੀਰਾਂ ਦਾ ਕਿਹੋ ਜਿਹਾ, ਜ਼ਾਰਸ਼ਾਹੀ ਖਿਲਾਫ ਪਹਿਲਾਂ ਕਿਹੋ ਜਿਹੀਆਂ ਵਿਚਾਰਧਾਰਾਵਾਂ ਉੱਠਦੀਆਂ ਸੀ, ਨੀਲਹਿਸਟ ਕੌਣ ਸਨ, ਨਿਰੋਧਨਕ ਕੌਣ, ਕਿਵੇਂ ਆਤੰਕਵਾਦੀ ਪ੍ਰਗਟ ਹੋਏ, ਉਹਨਾਂ ਦੇ ਵਿਚਾਰਾਂ ਨੂੰ ਚਰਨੈਸ਼ਵਸਕੀ ਅਤੇ ਪਲੈਖਨੋਫ ਵਰਗੇ ਚਿੰਤਕਾਂ ਨੇ ਕਿਵੇਂ ਨਵਾਂ ਮੋੜ ਦਿੱਤਾ, ਮਾਰਕਸਵਾਦ ਦੇ ਪਹਿਲੇ ਅੰਕੁਰ ਰੂਸ ਦੀ ਸਰਜ਼ਮੀਨ ਵਿੱਚ ਕਿਵੇਂ ਫੁੱਟੇ, ਸਾਈਬੇਰੀਆ ਦੀ ਜਲਾਵਤਨੀ ਰਾਜਨੀਤਿਕ ਕੈਦੀਆਂ ਲਈ ਕਿਹੋ ਜਿਹੀ ਹੁੰਦੀ ਸੀ, ਜੇਲ੍ਹਾਂ ਵਿੱਚ ਕੈਦੀਆਂ ਦੀ ਕਿਹੋ ਜਿਹੀ ਹਾਲਤ ਸੀ, ਕਿਹੋ ਜਿਹੀਆਂ ਹੱਥਕੜੀਆਂ ਬੇੜੀਆਂ ਉਹਨਾਂ ਨੂੰ ਪੁਆਈਆਂ ਜਾਂਦੀਆਂ ਸਨ।
ਇਤਿਹਾਸ ਜਿਵੇਂ ਰੂਪਮਾਨ ਹੋ ਕੇ ਅੱਖਾਂ ਦੇ ਅੱਗੇ ਆ ਰਿਹਾ ਸੀ। ਨਵੀਆਂ ਪੀੜ੍ਹੀਆਂ ਨੂੰ ਐਸੇ ਅਜਾਇਬ ਘਰਾਂ ਤੋਂ ਕਿਤਨਾ ਲਾਭ ਹੈ। ਉਹਨਾਂ ਦੇ ਪਿਤਾ ਪੁਰਖੇ ਕਿਹਨਾਂ ਹਾਲਾਤਾਂ ਵਿੱਚੋਂ ਲੰਘੇ। ਆਜ਼ਾਦੀ ਲਈ, ਨਾ ਬਰਾਬਰੀਆਂ ਦਾ ਅੰਤ ਕਰਨ ਲਈ ਉਹਨਾਂ ਨੂੰ ਕੀ ਕੁਰਬਾਨੀਆਂ ਦੇਣੀਆਂ ਪਈਆਂ। ਇਹ ਸਭ ਦ੍ਰਿਸ਼ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਸਨ, ਬਿਨਾਂ ਉਪਦੇਸ਼ ਸਮਝ ਸਕਦੇ ਸਨ, ਮਹਿਸੂਸ ਕਰ ਸਕਦੇ ਸਨ ਕਿ ਅੱਜ ਦੇ ਜ਼ਮਾਨੇ ਜਿਹੜੀਆਂ ਆਸੂਦਗੀਆਂ ਤੇ ਖੁਸ਼ੀਆਂ ਉਹਨਾਂ ਨੂੰ ਨਸੀਬ ਹਨ, ਉਹਨਾਂ ਲਈ ਬੜੀ ਵੱਡੀ ਕੀਮਤ ਦਿੱਤੀ ਗਈ ਹੈ ਅਤੇ ਇਸ ਲਈ ਉਹਨਾਂ ਦੀ ਰੱਖਿਆ ਕਰਨਾ ਅਤੇ ਉਹਨਾਂ ਨੂੰ ਹੋਰ ਵੀ ਵਿਆਪਕ ਬਣਾਉਣਾ ਉਹਨਾਂ ਦਾ ਆਪਣਾ ਕਰਤੱਵ ਬਣਦਾ ਹੈ। ਸਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਅੱਜ ਦਾ ਰੂਸੀ ਕਿਸਾਨ ਉਸ ਬੇਬਸੀ ਅਤੇ ਦਲਿੱਦਰ ਦਾ ਸ਼ਿਕਾਰ ਨਹੀਂ ਜਿਸ ਦੇ ਚਿੱਤਰ ਦੀਵਾਰਾਂ ਤੇ ਟੰਗੇ ਹੋਏ ਅਸੀਂ ਵੇਖ ਰਹੇ ਸਾਂ। ਇਸ ਗੱਲ ਦੀ ਵੀ ਖੁਸ਼ੀ ਹੋਈ ਕਿ ਹੱਥਕੜੀ ਅਤੇ ਬੇੜੀ ਅੱਜ ਰੂਸੀ ਬੱਚੇ ਕੇਵਲ ਅਜਾਇਬ ਘਰਾਂ ਵਿੱਚ ਵੇਖ ਸਕਦੇ ਹਨ, ਬੀਤੇ ਯੁੱਗਾਂ ਦੀ ਨਾਖੁਸ਼ਗਵਾਰ ਨਿਸ਼ਾਨੀ ਦੇ ਤੌਰ ਤੇ। ਪਰ ਨਾਲ ਇਹ ਸੋਚ ਕੇ ਦੁੱਖ ਵੀ ਹੁੰਦਾ ਸੀ ਕਿ ਸਾਡੇ ਆਪਣੇ ਦੇਸ਼ ਵਿੱਚ ਪੁਰਾਣੀਆਂ ਦਰਦਨਾਕ ਹਾਲਤਾਂ ਅਜੇ ਵੀ ਕਾਇਮ ਸਨ। ਆਜ਼ਾਦੀ ਦੇ ਇਸ 17ਵੇਂ ਸਾਲ ਵੀ ਸਾਡੇ ਕਿਸਾਨ ਮਜ਼ਦੂਰ ਦੀ ਮੁਫਲਿਸੀ ਅਜਾਇਬ ਘਰ ਵਿੱਚ ਰੱਖਣ ਵਾਲੀ ਨਹੀਂ, ਸਗੋਂ ਜ਼ਿੰਦੇ ਜਾਗਦੇ ਜੀਵਨ ਵਿੱਚ ਨਜ਼ਰ ਆਉਣ ਵਾਲੀ ਚੀਜ਼ ਸੀ। ਕਈ ਵਿਸਮਾਦ ਗੱਲਾਂ ਮਾਲੂਮ ਹੋਈਆਂ। ਇੱਕ ਇਹ ਕਿ ਅਕਤੂਬਰ ਇਨਕਲਾਬ ਵਿੱਚ ਲਗਭਗ 3.5 ਲੱਖ ਵਿਦੇਸ਼ਾਂ ਤੋਂ ਆਏ ਇਨਕਲਾਬੀਆਂ ਨੇ ਵੀ ਹਿੱਸਾ ਪਾਇਆ ਸੀ। ਇਹਨਾਂ ਵਿੱਚ ਚੰਗੀ ਖਾਸੀ ਤਾਦਾਦ ਹਿੰਦੁਸਤਾਨੀਆਂ ਦੀ ਵੀ ਸੀ। ਇਹ ਆਜ਼ਾਦੀ ਦੀ ਸ਼ਮਾ ਦੇ ਪਰਵਾਨੇ ਕਾਬਲ ਕੰਧਾਰ ਦੇ ਕੋਸਾਰ ਟੱਪ ਕੇ ਉਹਨਾਂ ਹੀ ਬੰਜਰ ਬਿਆਬਾਨਾਂ ਵਿੱਚ ਰੁਲਦੇ ਖੁਲਦੇ ਮਾਸਕੋ ਅਤੇ ਲੈਨਿਨਗ੍ਰਾਡ ਪੁੱਜੇ ਸਨ, ਜਿਨ੍ਹਾਂ ਤੋਂ ਕੱਲ 3 ਘੰਟਿਆਂ ਅੰਦਰ ਸੁਖਾਵੀਂ ਉਡਾਰੀ ਮਾਰਦੇ, ਬੀਅਰ ਅਤੇ ਮਾਰਟੀਨੀ ਪੀਂਦੇ ਅਸੀਂ ਗੁਜ਼ਰ ਗਏ ਸਾਂ। ਸੋਵੀਅਤ ਯੂਨੀਅਨ ਦੇ ਸਮਾਜਵਾਦੀ ਨਿਜ਼ਾਮ ਨੂੰ ਵਜੂਦ ਵਿੱਚ ਲਿਆਉਣ ਲਈ ਸਾਡੇ ਹਮਵਤਨਾਂ ਨੇ ਵੀ ਪ੍ਰਾਣਾਂ ਦੀਆਂ ਆਹੂਤੀਆਂ ਦਿੱਤੀਆਂ ਹਨ ਅਤੇ ਇਹ ਸੂਰਮੇ ਹਿੰਦੂ ਵੀ ਸਨ, ਸਿੱਖ ਅਤੇ ਮੁਸਲਮਾਨ ਵੀ। ਇਹ ਜਾਣ ਕੇ ਅਸੀਮ ਆਨੰਦ ਮਹਿਸੂਸ ਹੋ ਰਿਹਾ ਸੀ। ਸਾਨੂੰ ਉਹਨਾਂ ਸਰਫਰੋਸ਼ਾਂ ਬਾਰੇ ਅਵੱਸ਼ ਖੋਜ ਲਾਣੀ ਚਾਹੀਦੀ ਹੈ। ਉਹਨਾਂ ਦੇ ਨਾਂ ਇਸ ਅਜਾਇਬ ਘਰਾਂ ਦੇ ਪ੍ਰਬੰਧਕਾਂ ਤੋਂ ਪੁੱਛਣੇ ਅਤੇ ਨੋਟ ਕਰਨੇ ਚਾਹੀਦੇ ਹਨ, ਪਰ ਪੇਸ਼ਤਰ ਇਸ ਦੇ ਕਿ ਇਸ ਬਾਰੇ ਅਸੀਂ ਕੋਈ ਅਮਲੀ ਕਦਮ ਚੁੱਕ ਸਕਦੇ, ਸ਼੍ਰੀ ਬਾਈਕੌਫ ਇੰਡੀਅਨ ਐਂਬੈਸਡਰ ਵੱਲੋਂ ਇੱਕ ਜ਼ਰੂਰੀ ਸੁਨੇਹਾ ਸਾਡੇ ਤੱਕ ਪਹੁੰਚਾਉਣ ਲਈ ਸਾਹੋ ਸਾਹ ਹੋਏ ਆ ਵੜੇ। ਉਹਨਾਂ ਦੱਸਿਆ ਕਿ ਮਾਸਕੋ ਦੇ ਰਹਿਣ ਵਾਲੇ ਹਿੰਦੁਸਤਾਨੀ ਅੱਜ ਮਿਲ ਕੇ ਐਮਬੈਸੀ ਵਿੱਚ ਦੀਵਾਲੀ ਦਾ ਜਸ਼ਨ ਮਨਾ ਰਹੇ ਹਨ ਅਤੇ ਐਂਬੈਸਡਰ ਸਾਹਿਬ ਨੇ ਸਾਨੂੰ ਵੀ ਸ਼ਾਮਲ ਹੋਣ ਦੀ ਦਰਖਾਸਤ ਕੀਤੀ ਹੈ। ਸੋਚਾਂ ਵਿੱਚ ਪੈ ਗਏ ਅਸੀਂ। ਅਜੇ ਅਜਾਇਬ ਘਰ ਦਾ ਤੀਜਾ ਹਿੱਸਾ ਵੀ ਨਹੀਂ ਸੀ ਵੇਖਿਆ। ਅਚਾਨਕ ਗਾਈਡ ਨੂੰ ਕਿਵੇਂ ਆਖੀਏ ਕਿ ਬਾਕੀ ਦਾ ਬਿਨ ਵੇਖੇ ਰੁਖਸਤ ਹੋਣਾ ਪੈ ਰਿਹਾ ਹੈ। ਕਿਤਨੀ ਨਿਰਾਸ਼ਤਾ ਹੋਵੇਗੀ ਉਸਨੂੰ, ਪਰ ਆਪਣੇ ਦੇਸ਼ ਦੇ ਰਾਜਦੂਤ ਦਾ ਹੁਕਮ ਵੀ ਕਿਵੇਂ ਮੋੜਿਆ ਜਾ ਸਕਦਾ ਸੀ। ਮੈਂ ਗਲੋਬੇਫ ਤੋਂ ਰਾਏ ਮੰਗੀ। ਉਸ ਦੀਆਂ ਅੱਖਾਂ ਸਾਫ਼ ਸ਼ਿਕਾਇਤ ਕਰ ਰਹੀਆਂ ਸਨ ਕਿ ਦੂਤਾਵਾਸ ਨੂੰ ਟੈਲੀਫੋਨ ਕਰਨ ਦੀ ਜਿਹੜੀ ਉਤਾਵਲ ਪਈ ਹੋਈ ਸੀ, ਉਸੇ ਦਾ ਫਲ ਹੁਣ ਭੁਗਤਣਾ ਪੈ ਰਿਹਾ ਹੈ। कहने लगा, आप जिस तरह ठीक समझते हैं कीजिए, वैसे आपका प्रोग्राम यहाँ अखबारों में छप जाता है। लोग उम्मीद यही करते हैं कि आप उसको निभाएंगे। ਕਿਸੇ ਫੈਸਲੇ ਤੇ ਪੁੱਜਣ ਦੀ ਆਫਤ ਮੇਰੇ ਸਿਰ ਤੇ ਆ ਪਈ ਸੀ ਅਤੇ ਮੈਂ ਬਿਨ ਫੈਸਲੇ ਕੀਤੇ ਜੀਵਨ ਗੱਡੀ ਨੂੰ ਧੱਕਣ ਦਾ ਆਦੀ ਸਾਂ। ਸਾਥੀਆਂ ਤੋਂ ਰਾਏ ਲੈਣਾ ਵਿਅਰਥ ਸੀ। ਖਾਮਖਾਂ ਬਹਿਸ ਛਿੜ ਪੈਣ ਦਾ ਖਤਰਾ ਸੀ ਅਤੇ ਜਿਸ ਦੀ ਗੱਲ ਨਾ ਮੰਨੀ ਗਈ ਉਹ ਨਾਰਾਜ਼। आखिर दिवाली दे त्योहार दी शरण लैन दा बहाना सुझिया। बात केवल एम्बेसडर साहब के बुलाने की नहीं, दिवाली हमारे देश का सबसे बड़ा त्योहार है, जैसे आपका 7 नवंबर। अब अगर ना गए तो अच्छा भी तो नहीं नजर आएगा और हमारे अपने दिल भी खराब होंगे। बड़ी ही नदामत नाल असी अजायब घर विचों राजदूत त्रिलोकीनाथ कोल जी ने सज्जन ताई नाल साडा स्वागत किया। सबना नाल ਉਹ ਬੜੀ ਬੇਤਕਲਫੀ ਵਰਤ ਰਹੇ ਸਨ, ਪਰ ਫਿਰ ਵੀ ਵਾਤਾਵਰਣ ਤਕੱਲਫ ਨਾਲ ਕੱਸਿਆ ਹੋਇਆ ਸੀ। ਕੁਰਸੀਆਂ ਦੀਆਂ 2 ਲੰਮੀਆਂ ਕਤਾਰਾਂ ਆਮੋ ਸਾਹਮਣੇ ਵਿਛੀਆਂ ਹੋਈਆਂ ਸਨ, ਜਿਨ੍ਹਾਂ ਉੱਪਰ ਬੜੇ ਵਧੀਆ ਸੂਟ ਪਾਈ ਮਰਦ ਅਤੇ ਬੜੀਆਂ ਵਧੀਆ ਸਾੜੀਆਂ ਬੰਨੀ ਤੀਵੀਆਂ ਸੱਜੀਆਂ ਹੋਈਆਂ ਸਨ। ਬੱਚੇ ਗੋਦ ਵਿੱਚ ਬੈਠੇ ਹੋਏ ਜਾਂ ਪੁੰਜੇ ਪਏ ਲੋਟਣੀਆਂ ਖਾਂਦੇ ਸਨ। ਇੰਜ ਭਾਸਦਾ ਸੀ ਜਿਵੇਂ ਸਾਰੀ ਦੀ ਸਾਰੀ ਸੰਗਤ ਕਿਸੇ ਦੇ ਆਉਣ ਦੀ ਉਡੀਕ ਲਈ ਬੈਠੀ ਹੈ, ਜਿਸ ਬਾਰੇ ਉਹਨਾਂ ਨੂੰ ਅੰਦਰੋਂ ਵਿਸ਼ਵਾਸ ਹੈ ਕਿ ਉਹਨੇ ਨਹੀਂ ਆਉਣਾ। ਉਹਨਾਂ ਦੇ ਨਿਰਉਤਸਾਹ ਚਿਹਰਿਆਂ ਤੋਂ ਹਰਗਿਜ਼ ਇਹ ਜ਼ਾਹਰ ਨਹੀਂ ਸੀ ਹੁੰਦਾ ਕਿ ਕੋਈ ਖੁਸ਼ੀ ਵੇਲੇ ਦਾ ਇਕੱਠ ਹੈ।
ਇੰਜ ਲੱਗਦਾ ਸੀ ਉਹਨਾਂ ਨੂੰ ਮਰਜ਼ੀ ਦੇ ਖਿਲਾਫ ਕੋਈ ਖਿੱਚ ਕੇ ਇੱਥੇ ਲੈ ਆਇਆ ਹੈ। ਅਸੀਂ ਆਪਣੇ ਦਿਲ ਵਿੱਚ ਜਿਹੜਾ ਚਾਅ ਮਲਾਰ ਲੈ ਕੇ ਆਏ ਸਾਂ ਉਹ ਵੀ ਸਰਦ ਪੈ ਗਿਆ। ਅੰਬੈਸੀ ਦੇ ਹਿੰਦੁਸਤਾਨੀ ਨੌਕਰ ਚਾਕਰ ਤਸ਼ਤਰੀਆਂ ਵਿੱਚ ਹਿੰਦੁਸਤਾਨੀ ਮਠਿਆਈ ਵੰਡਦੇ ਜਾ ਰਹੇ ਸਨ। ਇਹਨੂੰ ਹਰ ਕੋਈ ਬੜੀ ਹੌਲੀ-ਹੌਲੀ ਖਾਂਦਾ ਤਾਂ ਜੇ ਇਸ ਪਿੱਛੋਂ ਉੱਠਣ ਵਾਲੇ ਹੁਣ ਕੀ ਕਰੀਏ ਦੇ ਸਵਾਲ ਨੂੰ ਜਿਤਨੀ ਦੇਰ ਹੋ ਸਕੇ ਟਾਲਿਆ ਜਾ ਸਕੇ। ਕੋਲ ਸਾਹਿਬ ਨੇ ਜਮੂਦ ਨੂੰ ਤੋੜਨ ਖਾਤਰ ਸਾਡੇ ਡੈਲੀਗੇਸ਼ਨ ਦਾ ਹਾਜ਼ਰੀਨ ਨਾਲ ਤਾਰਫ ਕਰਾਇਆ। ਕਈਆਂ ਨੇ ਮੈਨੂੰ ਸ਼ਕਲ ਤੋਂ ਪਛਾਣ ਲਿਆ ਸੀ, ਕਈਆਂ ਨੇ ਨਾਂ ਸੁਣ ਕੇ ਪਛਾਣ ਲਿਆ, ਪਰ ਕਿਸੇ ਨੇ ਤਾੜੀ ਨਹੀਂ ਮਾਰੀ, ਨਾ ਹੀ ਸਾਡੇ ਨਾਲ ਉੱਠ ਕੇ ਹੱਥ ਮਿਲਾਏ। ਕਿਸੇ ਦੇ ਚਿਹਰੇ ਤੇ ਮੁਸਕਰਾਹਟ ਨਹੀਂ ਆਈ। ਪਾਰਟੀ ਨਹੀਂ, ਇਹ ਕੋਈ ਹੱਠ ਯੋਗ ਦੀ ਕਲਾਸ ਮਾਲੂਮ ਹੋ ਰਹੀ ਸੀ। ਇੱਥੇ ਆ ਕੇ ਅਸੀਂ ਬੜੀ ਗਲਤੀ ਕੀਤੀ। ਦਤਾਰ ਨੇ ਕੋਲ ਬੈਠਿਆਂ ਮੈਨੂੰ ਹੌਲੇ ਜਿਹੇ ਕਿਹਾ। ਗਿਆਨੀ ਜੀ ਉਸ ਤੋਂ ਅਗਲੀ ਕੁਰਸੀ ਤੇ ਬੈਠੇ ਹੋਏ ਸਨ। ਮੈਂ ਉਹਨਾਂ ਤੋਂ ਪੁੱਛਿਆ ਹੁਣ ਕੀ ਕਰਨਾ ਚਾਹੀਦਾ ਹੈ। ਗਿਆਨੀ ਜੀ ਦੀ ਰਾਏ ਵਿੱਚ ਮੈਨੂੰ ਬੇਸੀਅਤ ਲੀਡਰ ਆਪਣੀ ਮਠਿਆਈ ਦੀ ਤਸ਼ਤਰੀ ਹੱਥ ਵਿੱਚ ਫੜ ਕੇ ਕੋਲ ਸਾਹਿਬ ਕੋਲ ਜਾ ਖਲੋਣਾ ਅਤੇ ਉਹਨਾਂ ਨਾਲ ਵਾਰਤਾਲਾਪ ਕਰਨਾ ਚਾਹੀਦਾ ਸੀ। ਪਰ ਇਹਨਾਂ ਗੱਲਾਂ ਵਿੱਚ ਮੈਂ ਬੜਾ ਯਰਕੂ ਹਾਂ। ਇਹ ਜਾਣਦੇ ਹੋਏ ਵੀ ਕਿ ਗਿਆਨੀ ਜੀ ਠੀਕ ਕਹਿ ਰਹੇ ਹਨ, ਮੈਥੋਂ ਨਹੀਂ ਉੱਠਿਆ ਗਿਆ। ਇਸ ਦਾ ਕਾਰਨ ਹੀਨ ਭਾਵਨਾ ਤੋਂ ਛੁੱਟ ਹੋਰ ਕੁਝ ਨਹੀਂ ਸੀ। ਜਿਸ ਢੰਗ ਮੈਨੂੰ ਪਾਲਿਆ ਪੋਸਿਆ ਗਿਆ ਸੀ, ਮੈਨੂੰ ਹਰ ਪ੍ਰਕਾਰ ਦੇ ਅਫਸਰ ਤੋਂ ਡਰ ਲੱਗਦਾ ਹੈ। ਕੇਵਲ ਅਫਸਰ ਨਹੀਂ, ਸਗੋਂ ਹਰ ਉਸ ਆਦਮੀ ਤੋਂ ਜੋ ਦੁਨਿਆਵੀ ਲਿਹਾਜ਼ ਨਾਲ ਮੈਥੋਂ ਉਚੇਰਾ ਹੈ। ਆਪਣੇ ਤੋਂ ਨੀਵੇਂ ਨਾਲ ਮੈਂ ਬੜੀ ਆਸਾਨੀ ਨਾਲ ਘੁਲ ਮਿਲ ਸਕਦਾ ਹਾਂ, ਉਸ ਨੂੰ ਹਸਾ ਸਕਦਾ ਹਾਂ, ਨਸੀਹਤਾਂ ਕਰ ਸਕਦਾ ਹਾਂ, ਪਰ ਉੱਚੇ ਦੇ ਨੇੜੇ ਜਾਂਦਿਆਂ ਹੀ ਮੈਨੂੰ ਸੱਪ ਸੂੰਘ ਜਾਂਦਾ ਹੈ। ਮੇਰੀਆਂ ਲੱਤਾਂ ਨਾਲ ਪਸੇਰੀਆਂ ਵੱਜ ਜਾਂਦੀਆਂ ਹਨ, ਜੀਭ ਸੁੱਕ ਜਾਂਦੀ ਹੈ, ਅੱਖਾਂ ਪੱਥਰਾ ਜਾਂਦੀਆਂ ਹਨ। ਇਸ ਇਕੱਠ ਦੇ ਹੋਰ ਫਰਦ ਵੀ ਮੇਰੇ ਵਾਲੇ ਰੋਗ ਦਾ ਹੀ ਸ਼ਿਕਾਰ ਜਾਪਦੇ ਸਨ। ਭਾਵੇਂ ਦੇਸ਼ ਦੇ ਅੰਦਰ ਭਾਵੇਂ ਦੇਸ਼ ਦੇ ਬਾਹਰ ਸਾਡੇ ਮੱਧਮ ਵਰਗੀ ਸਮਾਗਮ ਇਸੇ ਤਰ੍ਹਾਂ ਫਿੱਕੇ, ਬੇਜ਼ਾਨ ਤੇ ਬੇਸਵਾਦੇ ਜੇ ਹੋ ਗਏ ਹਨ। ਉਹਨਾਂ ਵਿੱਚ ਬੰਦੇ ਨੂੰ ਨਹੀਂ, ਉਸ ਦੀ ਪੋਜੀਸ਼ਨ ਨੂੰ ਵੇਖਿਆ ਜਾਂਦਾ ਹੈ। ਰੁਤਬਿਆਂ ਦੀ ਜਿਵੇਂ ਇੱਕ ਆਦਰਸ਼ ਪੜਸਾਂਗ ਆਪਣੇ ਆਪ ਖੜੀ ਹੋ ਜਾਂਦੀ ਹੈ। ਸਰੀਰ ਸੋਫਿਆਂ ਤੇ ਕੁਰਸੀਆਂ ਤੇ ਬੈਠੇ ਰਹਿੰਦੇ ਹਨ, ਪਰ ਆਤਮਾਵਾਂ ਆਪਣੀ ਆਪਣੀ ਮਖਸੂਸ ਪੌੜੀ ਉੱਪਰ ਜਾ ਖਲੋਂਦੀਆਂ ਹਨ, ਜਿੱਥੋਂ ਹਰ ਇੱਕ ਨੂੰ ਆਪਣੇ ਤੋਂ ਨੀਵੇਂ ਤਾਂ ਨਜ਼ਰ ਆਉਂਦੇ ਹੀ ਹਨ, ਪਰ ਉੱਪਰ ਵੀ ਕੋਈ ਨਾ ਕੋਈ ਜ਼ਰੂਰ ਖੜਿਆ ਪ੍ਰਤੀਤ ਹੁੰਦਾ ਹੈ, ਸਿਰ ਤੇ ਲਟਕਦੀ ਤਲਵਾਰ ਵਾਂਗ। ਕੇਵਲ ਸਭ ਤੋਂ ਉੱਪਰ ਵਾਲੀਆਂ 3-4 ਪੌੜੀਆਂ ਇਸ ਈਰਖਾ ਅਤੇ ਸਹਿਮ ਦੇ ਅਸਰ ਤੋਂ ਆਜ਼ਾਦ ਹੁੰਦੀਆਂ ਹਨ। ਉਹਨਾਂ ਉੱਪਰ ਖੜੀਆਂ ਆਤਮਾਵਾਂ ਸੰਪੂਰਨ ਸਵੈਮਾਨ ਅਤੇ ਸਵੈ ਅਧੀਨਤਾ ਨਾਲ ਵਿਚਰਦੀਆਂ ਹਨ। ਉਹਨਾਂ ਦੀ ਇੱਕ ਹਰਕਤ ਵਿੱਚ ਜਾਨ ਹੁੰਦੀ ਹੈ। ਸਾਰੇ ਦਾ ਸਾਰਾ ਇਕੱਠ ਉਹਨਾਂ ਵੱਲ ਹੀ ਵੇਖਦਾ ਰਹਿ ਜਾਂਦਾ ਹੈ। ਸਭ ਉਦੋਂ ਹੱਸਦੇ ਹਨ ਜਦੋਂ ਉਹ ਹੱਸਦੇ ਹਨ। ਸਭ ਉਹਨਾਂ ਦੇ ਇਸ਼ਾਰਿਆਂ ਨੂੰ ਉਡੀਕਦੇ ਹਨ, ਭਾਵੇਂ ਦਿਲੋਂ ਉਹਨਾਂ ਨੂੰ ਨਫ਼ਰਤ ਕਰ ਰਹੇ ਹੋਣ। ਸੱਚਮੁੱਚ ਅੰਗਰੇਜ਼ ਹਾਕਮ ਸਾਡੇ ਸੁਸ਼ਿਕਸ਼ਤ ਮੱਧਮ ਵਰਗ ਨੂੰ ਦਿਮਾਗੀ ਗੁਲਾਮੀ ਦੇ ਡਾਢੇ ਸ਼ਿਕੰਜਿਆਂ ਵਿੱਚ ਕੱਸ ਗਿਆ ਹੈ। ਨਾ ਤਾਂ ਅਸੀਂ ਆਪਣੀ ਬੋਲੀ ਸੋਹਣੀ ਤਰ੍ਹਾਂ ਬੋਲ ਸਕਦੇ ਹਾਂ, ਨਾ ਸਾਨੂੰ ਆਪਣਾ ਬੈਠਣਾ ਉੱਠਣਾ ਯਾਦ ਰਿਹਾ ਹੈ, ਨਾ ਖੁਸ਼ੀ ਤੇ ਨਾ ਗਮੀ ਦੇ ਵੇਲਿਆਂ ਦੀ ਰਹੁਰੀਤ। ਨਾ ਅਸੀਂ ਆਪਣੇ ਗੀਤ ਗਾ ਸਕਦੇ ਹਾਂ, ਨਾ ਅਸੀਂ ਆਪਣੇ ਦੇਸ਼ ਦੇ ਨਾਚ ਨੱਚ ਸਕਦੇ ਹਾਂ। ਸਾਨੂੰ ਆਪਣੇ ਘਰ ਬਿਗਾਨਾ ਕਰ ਗਿਆ ਹੈ ਫਿਰੰਗੀ। ਜੇ ਇਤਨਾ ਹੀ ਹੁੰਦਾ ਤਾਂ ਕੋਈ ਹਰਜ਼ ਨਹੀਂ ਸੀ, ਪਰ ਉਹ ਸਾਨੂੰ ਉਹਨਾਂ ਦੀ ਛਾਤੀ ਤੇ ਚਾੜ ਗਿਆ ਹੈ ਜਿਨ੍ਹਾਂ ਦੀ ਰੂਹ ਨੂੰ ਉਹ ਗੁਲਾਮ ਨਹੀਂ ਸੀ ਬਣਾ ਸਕਿਆ। ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਜੋ ਸਾਡੀ ਨਿਗਾਹ ਵਿੱਚ ਅਸਭਿਅ ਹਨ, ਅਨਪੜ੍ਹ, ਜਿਨ੍ਹਾਂ ਉੱਪਰ ਅਸੀਂ ਉਸੇ ਨਿਰਦੈਤਾ ਨਾਲ ਰਾਜ ਕਰਦੇ ਹਾਂ ਜਿਵੇਂ ਅੰਗਰੇਜ਼ ਕਰਦਾ ਸੀ। ਅਸੀਂ ਅੰਗਰੇਜ਼ਾਂ ਦੇ ਜਾਨਸ਼ੀਨ ਜੋ ਹੋਏ। ਸਾਡੀ ਬੀਬੀਆਂ ਨੂੰ ਨੌਕਰ ਮੇਮ ਸਾਹਿਬ ਜੀ ਆਖਦੇ ਹੋਏ ਸਾਡਾ ਦਾਸ ਵਰਗ ਹੱਸਣਾ, ਖੇਡਣਾ, ਗਾਣਾ, ਨੱਚਣਾ ਜਾਣਦਾ ਹੈ, ਪਰ ਉਹਨਾਂ ਦੀਆਂ ਆਦਤਾਂ ਅਸੀਂ ਕਿਵੇਂ ਗ੍ਰਹਿਣ ਕਰ ਸਕਦੇ ਹਾਂ? ਅਸੀਂ ਤਾਂ ਹਾਕਮ ਹੋਏ, ਅੰਗਰੇਜ਼ ਹੋਏ, ਅਸੀਂ ਹੁਣ ਕਾਲਾ ਆਦਮੀ ਥੋੜ੍ਹੇ ਹਾਂ। ਅਜੀਬ ਧੋਖੇਬਾਜ਼ ਜ਼ਹਿਨੀਅਤ ਹੈ ਸਾਡੀ। ਜਦੋਂ ਗੁਲਾਮ ਸਾਂ ਉਦੋਂ ਗ੍ਰਾਮੀਣ ਲੋਕ ਗੀਤਾਂ, ਨਿਰਤਾਂ ਆਦਿ ਨੂੰ ਧਿੰਗੇ ਜ਼ੋਰੀ ਅੰਗੀਕਾਰ ਕਰਕੇ ਦੇਸ਼ ਭਗਤੀ ਦਾ ਜੋਸ਼ ਪ੍ਰਗਟਾਵਾ ਕਰਦੇ ਸਾਂ। ਆਜ਼ਾਦ ਹੁੰਦਿਆਂ ਸਾਰ ਉਹ ਜੋਸ਼ ਠੰਡਾ ਪੈ ਗਿਆ। ਰਹੀ ਸਹੀ ਦੁਬਿਧਾ ਸਾਡੀ ਸੰਤਾਨ ਨੇ ਦੂਰ ਕਰ ਛੱਡੀ, ਜਿਸ ਨੂੰ ਹੁਣ ਕੇਵਲ ਅੰਗਰੇਜ਼ੀ ਭਾਸ਼ਾ, ਅੰਗਰੇਜ਼ੀ ਗੀਤ ਅਤੇ ਅੰਗਰੇਜ਼ੀ ਨਾਚ ਹੀ ਪਸੰਦ ਆਉਂਦੇ ਹਨ। ਤੁਸੀਂ ਸੁਣ ਰਹੇ ਸੀ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ।
ਅੱਜ ਇੰਨਾ ਹੀ।